ਸੋ ਰੀਸੈਂਟਲੀ ਮੈਂ YouTube ਤੇ ਇੱਕ ਪੋਲ ਪੋਸਟ ਕਰੀ ਸੀ ਕਿ ਮੈਂ ਪਹਿਲਾਂ ਆਪਣੀ ਗੱਡੀ ਜਿਹੜੀ ਕਿ ਫੋਰਡ ਫਿਊਜ਼ਨ 2017 ਆ ਉਹਦਾ ਰਿਵਿਊ ਪਾਵਾਂ, ਕਿਉਂਕਿ ਉਹ ਵੀ ਮੈਨੂੰ ਯੂਜ਼ ਕਰਦੇ ਅਰਾਊਂਡ 1.5 ਸਾਲ ਹੋ ਗਿਆ। ਤੇ ਮੈਂ ਕਿਹਾ ਉਹਦਾ ਰਿਵਿਊ ਪਹਿਲਾਂ ਪਾਇਆ ਜਾਵੇ, ਜਾਂ ਫਿਰ ਜਿਹੜਾ ਮੇਰਾ ਸੈਂਟੀਨਲ ਕਾਲਜ ਜਿੱਥੇ ਕਿ ਮੈਂ ਕੰਪਿਊਟਰ ਸਿਸਟਮ ਟੈਕਨੀਸ਼ੀਅਨ ਯਾਨੀ ਕਿ ਕੰਪਿਊਟਰ ਨੈਟਵਰਕਿੰਗ ਪ੍ਰੋਗਰਾਮ ਲਿੱਤਾ ਸੀਗਾ ਉਹਦਾ ਰਿਵਿਊ ਪਾਵਾਂ ਕਿ ਮੇਰਾ ਐਕਸਪੀਰੀਅੰਸ ਕਿੱਦਾਂ ਦਾ ਰਿਹਾ। ਤੇ ਲੋਕਾਂ ਨੇ ਸਭ ਤੋਂ ਜ਼ਿਆਦਾ ਰਿਸਪੌਂਸ ਦਿੱਤਾ ਕਾਲਜ ਦੇ ਰਿਵਿਊ ਨੂੰ। ਸੋ ਮੈਂ ਕਿਹਾ ਚਲੋ ਪਹਿਲਾਂ ਆਪਾਂ ਕਾਲਜ ਦਾ ਰਿਵਿਊ ਪਾ ਦਿੰਦੇ ਐਂਡ ਇਸ ਵੀਡੀਓ ਦੇ ਵਿੱਚ ਮੈਂ ਕਵਰ ਕਰਾਂਗਾ ਕਾਲਜ ਦੀ ਲੋਕੇਸ਼ਨ ਯਾਨੀ ਕਿ ਉਹਦੇ ਆਸ-ਪਾਸ ਜੌਬਸ ਐਂਡ ਹਾਊਸਿੰਗ ਦਾ ਕੀ ਸੀਨ ਆ, ਐਂਡ ਕਾਲਜ ਦੇ ਵਿੱਚ ਜਿਹੜਾ ਫੈਕਲਟੀ ਮੈਂਬਰਸ ਆ ਜਾਂ ਫਿਰ ਸਟੂਡੈਂਟ ਐਡਵਾਈਜ਼ਰਸ ਆ ਉਹ ਕਿੰਨੇ ਫਰੈਂਡਲੀ ਆ, ਕਿੰਨਾ ਤੁਹਾਨੂੰ ਹੈਲਪਫੁਲ ਹੋਣ ਵਾਲੇ ਆ, ਤੇ ਕਾਲਜ ਵਿੱਚ ਫੀਸ ਜਾਂ ਸਪਲੀ ਵਗੈਰਾ ਔਨ ਐਵਰੇਜ ਕਿੰਨੇ ਦੀ ਪੈਂਦੀ ਆ, ਐਂਡ ਉਸ ਤੋਂ ਇਲਾਵਾ ਕਾਲਜ ਤੁਹਾਨੂੰ ਕੀ ਫੈਸਿਲਿਟੀਜ਼ ਪ੍ਰੋਵਾਈਡ ਕਰਦਾ ਜਿਹਦੇ ਬਾਰੇ ਹੋ ਸਕਦਾ ਤੁਹਾਨੂੰ ਨਾ ਪਤਾ ਹੋਵੇ। ਐਂਡ ਇਹ ਸਭ ਚੀਜ਼ਾਂ ਮੈਂ ਕਵਰ ਕਰਨ ਦੀ ਕੋਸ਼ਿਸ਼ ਕਰਾਂਗਾ। ਇਹ ਤੋਂ ਜਿੰਨਾ ਜ਼ਿਆਦਾ ਚੀਜ਼ਾਂ ਤੁਹਾਨੂੰ ਦੱਸ ਸਕਾਂ ਆਪਣੇ ਐਕਸਪੀਰੀਅੰਸ ਤੋਂ ਉਨੀਆਂ ਜ਼ਿਆਦਾ ਦੱਸੂੰਗਾ। ਤੇ ਇਹ ਵੀਡੀਓ ਹੋਣ ਵਾਲੀ ਹੈ ਮੇਰੇ ਸੈਂਟੀਨਲ ਕਾਲਜ ਐਕਸਪੀਰੀਅੰਸ ਬਾਰੇ। ਐਂਡ ਆਮ ਨਾਟ ਸ਼ੋਰ ਤੁਹਾਨੂੰ ਆਵਾਜ਼ ਕਿੱਦਾਂ ਦੀ ਆ ਰਹੀ ਹੋਊਗੀ, ਕਿੰਨੀ ਕਿ ਨਹੀਂ, ਕਿਉਂਕਿ ਜਦੋਂ ਵੀ ਬਾਹਰ ਖੜੇ ਹੋ ਕੇ ਵੀਡੀਓ ਬਣਾਓ ਤੇ ਬੈਕਗਰਾਊਂਡ ਨੋਇਸ ਯੂਜ਼ਲੀ ਆਉਂਦੀ ਹੀ ਆ। ਐਂਡ ਕਰਦੇ ਨੇ ਆਪਾਂ ਵੀਡੀਓ ਇੱਥੇ ਸਟਾਰਟ। ਆਈ ਹੋਪ ਕਿ ਤੁਹਾਨੂੰ ਵੀਡੀਓ ਚੰਗੀ ਲੱਗੇਗੀ ਐਂਡ ਐਂਡ ਤੱਕ ਜ਼ਰੂਰ ਦੇਖਿਓ। ਸੋ ਮੇਰਾ ਜਿਹੜਾ ਪਹਿਲਾ ਪੁਆਇੰਟ ਹੋਣ ਵਾਲਾ ਵਾ ਲੋਕੇਸ਼ਨ। ਸੋ ਮੈਂ ਕੀਤਾ ਸੀਗਾ ਕੰਪਿਊਟਰ ਸਿਸਟਮ ਟੈਕਨੀਸ਼ੀਅਨ ਯਾਨੀ ਕਿ ਕੰਪਿਊਟਰਸ ਨੈਟਵਰਕਿੰਗ ਪ੍ਰੋਗਰਾਮ ਜਿਹੜਾ 2 ਸਾਲ ਦਾ ਹੁੰਦਾ, ਉਹ ਡਿਪਲੋਮਾ ਪ੍ਰੋਗਰਾਮ ਆ, ਉਹ ਮੈਂ ਕੀਤਾ ਸੀਗਾ ਪ੍ਰੋਗਰੈਸ ਕੈਂਪਸ ਤੋਂ। ਤੇ ਜਿਹਨਾਂ ਨੂੰ ਨਹੀਂ ਪਤਾ, ਪ੍ਰੋਗਰੈਸ ਕੈਂਪਸ ਸਕਾਰਬਰੋ ਦੇ ਵਿੱਚ ਆਉਂਦਾ, ਨਾ ਕਿ ਟੋਰੰਟੋ ਦੇ ਵਿੱਚ। ਸੋ ਤੁਹਾਨੂੰ ਮੇ ਬੀ ਇੰਡੀਆ ਬੈਠੇ ਬਹੁਤ ਸਾਰੀਆਂ ਕਾਲਜ ਦੀਆਂ ਵੈਬਸਾਈਟਾਂ 'ਤੇ ਦਿਖਦਾ ਹੋਊਗਾ ਕਿ ਹੈ ਨਾ ਸੈਨਿਕਾ ਟੋਰੰਟੋ 'ਚ ਆ ਜਾਂ ਆਪਣੇ ਲੈਂਪਟਨ ਟੋਰੰਟੋ 'ਚ, ਬਟ ਇਹ ਸਾਰੇ ਐਕਚੁਅਲੀ ਟੋਰੰਟੋ ਦੇ ਵਿੱਚ ਨਹੀਂ ਹੁੰਦੇ ਆ। ਇਹ ਨਾਮ ਹੀ ਟੋਰੰਟੋ ਦਿੱਤਾ ਜਾਂਦਾ, ਉੱਦਾਂ ਸੈਂਟੀਨਲ ਸਕਾਰਬਰੋ 'ਚ ਆ। ਹੁਣ ਤੁਸੀਂ ਪੁੱਛੋ ਕਿ ਇਹਦਾ ਏਰੀਆ ਕਿੱਦਾਂ ਦਾ, ਆ ਪੁੱਛੇ ਕਿ ਏਰੀਆ ਵਧੀਆ ਆ, ਕਿਉਂਕਿ ਸਕਾਰਬਰੋ ਇੱਕ ਰੈਜ਼ੀਡੈਂਸ਼ੀਅਲ ਏਰੀਆ ਹੈ, ਕੋਈ ਬਹੁਤਾ ਡਾਊਨਟਾਊਨ ਜਾਂ ਉੱਦਾਂ ਦੀ ਚੀਜ਼ ਨਹੀਂ ਹੈਗੀ। ਸੋ ਅਗਰ ਤੁਸੀਂ ਆਪਣੇ ਇਸ ਕੈਂਪਸ ਦੇ ਵਿੱਚ ਆਉਂਦੇ ਹੋ ਤੇ ਤੁਹਾਨੂੰ ਜੋ ਚੀਜ਼ ਦੇਖਣ ਨੂੰ ਮਿਲੂਗੀ ਉਹ ਕਿ ਆਪਣੇ ਆਸ-ਪਾਸ ਘਰ ਹੀ ਘਰ ਆ, ਬਹੁਤ ਸਾਰੇ ਘਰ ਆ। ਸੋ ਤੁਹਾਨੂੰ ਸਟੂਡੈਂਟ ਹਾਊਸਿੰਗ ਲਈ ਪ੍ਰੋਬਲਮ ਨਹੀਂ ਆਉਣ ਵਾਲੀ। ਬਹੁਤ ਸਾਰੇ ਇਮੀਗ੍ਰੈਂਟ ਰਹਿੰਦੇ ਸਕਾਰਬਰੋ ਦੇ ਵਿੱਚ ਤੇ ਤੁਹਾਨੂੰ ਕਿਤੇ ਨਾ ਕਿਤੇ ਰੂਮ ਸ਼ੇਅਰਿੰਗ ਪ੍ਰਾਈਵੇਟ ਮਿਲ ਹੀ ਜਾਣਾ, ਉਹਦੀ ਤੁਹਾਨੂੰ ਪ੍ਰੋਬਲਮ ਨਹੀਂ ਆਉਣ ਵਾਲੀ। ਈਵਨ ਕਿ ਕਾਲਜ ਦੇ ਨਾਲ ਹੀ ਬਹੁਤ ਸਾਰੀਆਂ ਅਪਾਰਟਮੈਂਟ ਬਿਲਡਿੰਗਸ ਵੀ ਆ, ਠੀਕ ਹੈ ਜੀ, ਤੇ ਬਹੁਤ ਸਾਰੇ ਘਰ ਆ ਤੇ ਤੁਹਾਨੂੰ ਕੋਈ ਵੀ ਪ੍ਰੋਬਲਮ ਨਹੀਂ ਹੈਗੀ ਘਰ ਵਗੈਰਾ ਲੱਭਣ ਦੇ ਵਿੱਚ। ਤੇ ਅਗਰ ਲੋਕੇਸ਼ਨ ਦੀ ਗੱਲ ਕੀਤੀ ਜਾਵੇ ਉੱਦਾਂ ਤੇ ਲੋਕੇਸ਼ਨ ਇਜ਼ ਨਾਟ ਬੈਡ, ਕਿਉਂਕਿ ਤੁਹਾਨੂੰ ਆਪਣੇ ਜਿਹੜਾ ਹੈਗਾ ਕਾਲਜ ਦੇ ਅੰਦਰ ਹੀ ਤੁਹਾਨੂੰ ਖਾਣ ਪੀਣ ਦਾ ਵੀ ਬਹੁਤ ਸਾਰਾ ਮਿਲ ਜਾਂਦਾ ਹੈ। ਕਾਲਜ ਤੋਂ ਬਾਹਰ ਤੁਹਾਨੂੰ ਨਿਕਲਦੇ ਹੀ ਸਬਵੇ ਮੈਕਡੋਨਲਡਸ ਤਾਂ ਮਿਲ ਹੀ ਜਾਊਗਾ, ਲੇਕਿਨ ਕਾਲਜ ਦੇ ਅੰਦਰ ਤੁਹਾਨੂੰ ਪੀਜ਼ਾ ਸਟਾਰਬਕਸ ਤੇ ਟਿਮ ਹਾਰਟਨਸ ਮਿਲ ਜਾਏਗਾ। ਸੋ ਅਗਰ ਤੁਸੀਂ ਕਹੋ ਕਿ ਲੋਕੇਸ਼ਨ ਵਾਈਜ਼ ਕਿ ਤੁਹਾਨੂੰ ਇੱਦਾਂ ਤਾਂ ਨਹੀਂ ਹੋਊਗਾ ਕਿ ਕਾਲਜ ਗਏ ਹੁਣ ਆਪਾਂ ਕੁਝ ਕਰ ਨਹੀਂ ਸਕਦੇ ਹੈ ਨਾ, ਕਿ ਤੁਹਾਨੂੰ ਉੱਥੇ ਖਾਣ ਪੀਣ ਦਾ ਨਹੀਂ ਮਿਲਣ ਲੱਗਾ, ਇੱਕ ਵਾਰੀ ਘਰੋਂ ਹੀ ਖਾ ਪੀ ਕੇ ਜਾਈਏ, ਇੱਦਾਂ ਨਹੀਂ ਹੋਣ ਲੱਗਾ। ਤੁਹਾਨੂੰ ਉੱਥੇ ਖਾਣ ਪੀਣ ਨੂੰ ਵੀ ਪ੍ਰੋਪਰ ਮਿਲੂਗਾ, ਪਲੱਸ ਆਪਣੇ ਸਟੂਡੈਂਟ ਜਿਹੜੇ ਰੈਜ਼ੀਡੈਂਸ ਦੇ ਵਿੱਚ ਰਹਿੰਦੇ ਆ, ਸੈਂਟੀਨਲ ਕਾਲਜ ਜਿਹੜਾ ਪ੍ਰੋਗਰੈਸ ਕੈਂਪਸ ਆ ਉਹਦੇ ਬਿਲਡਿੰਗ ਇੱਕਦਮ ਸਾਹਮਣੇ ਰੈਜ਼ੀਡੈਂਸ ਆ। ਸੋ ਬੇਸਿਕਲੀ ਕੈਂਪਸ ਦੇ ਅੰਦਰ ਹੀ ਉਹਨਾਂ ਦੀ ਰੈਜ਼ੀਡੈਂਸ ਆ। ਜਿਹੜੇ ਬੰਦੇ ਉੱਥੇ ਰਹਿਣ ਵਾਲੇ ਆ ਉਹਨਾਂ ਨੂੰ ਤਾਂ ਬਹੁਤ ਜ਼ਿਆਦਾ ਫਾਇਦਾ ਹੋਣਾ ਲੱਗਾ। ਜਿਹੜੇ ਬਾਹਰ ਰਹਿਣਾ ਚਾਹੁੰਦੇ ਥੋੜ੍ਹਾ ਸਸਤੇ ਦੇ ਵਿੱਚ ਸ਼ੇਅਰਿੰਗ ਜਾਂ ਜਿੱਦਾਂ ਵੀ ਰਹਿਣਾ ਚਾਹੁੰਦੇ ਉਹਨਾਂ ਨੂੰ ਵੀ ਔਖ ਨਹੀਂ ਹੋਣ ਲੱਗੀ, ਕਿਉਂਕਿ ਅਰਾਊਂਡ 1 ਕਿਲੋਮੀਟਰ ਜਾਂ 2 ਕਿਲੋਮੀਟਰ ਦੇ ਅੰਦਰ ਹੀ ਤੁਹਾਨੂੰ ਆਰਾਮ ਨਾਲ ਕਮਰਾ ਮਿਲ ਜਾਣਾ, ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੋਏਗੀ ਬਹੁਤੀ ਅਪ ਡਾਊਨ ਵਾਲੀ। ਹਾਲਾਂਕਿ ਹਾਂ ਕਈ ਲੋਕੀ ਚੋਇਸ ਆਪਣੀ ਸਿਲੈਕਟ ਕਰਦੇ ਆ ਕਿ ਉਹ ਬਰੈਂਪਟਨ ਤੋਂ ਆਉਂਦੇ ਅਪ ਡਾਊਨ ਕਰਨ ਲਈ, ਲੇਕਿਨ ਬਰੈਂਪਟਨ ਤੋਂ ਅਪ ਡਾਊਨ ਬਹੁਤ ਔਖਾ ਹੁੰਦਾ ਜਦੋਂ ਸਵੇਰੇ 8 ਵਜੇ ਦੀ ਕਲਾਸ ਹੋਵੇ ਤੇ ਇਨ ਪਰਸਨ ਲਗਾਉਣੀ ਹੋਵੇ। ਤੇ ਇਨ ਪਰਸਨ ਕਲਾਸ ਜੇ ਸਵੇਰੇ 8 ਵਜੇ ਦੀ ਹੋਵੇ ਤਾਂ ਤੁਸੀਂ ਦੇਖ ਲਓ 5-6 ਵਜੇ ਬਰੈਂਪਟਨ ਤੋਂ ਨਿਕਲੂਗੇ, ਬੱਸ ਫੜੋਗੇ ਤਾਂ ਪਹੁੰਚੋਗੇ। ਸੋ ਯਾ ਅਦਰਵਾਈਜ਼ ਲੋਕੇਸ਼ਨ ਵਧੀਆ ਹੈ, ਬੜੇ ਚੋਇਸ ਤੁਹਾਡੀ, ਤੁਸੀਂ ਕਿੱਥੇ ਰਹਿਣਾ ਚਾਹੋਗੇ। ਲੋਕੇਸ਼ਨ ਵਾਈਜ਼ ਪ੍ਰੋਗਰੈਸ ਕੈਂਪਸ ਇਜ਼ ਗੁੱਡ। ਬਾਕੀ ਕੈਂਪਸ ਮੈਂ ਦੇਖਿਆ ਲੇਕਿਨ ਉਹਦਾ ਮੈਂ ਰਿਵਿਊ ਤਾਂ ਨਹੀਂ ਦਊਂਗਾ ਕਿਉਂਕਿ ਮੈਂ ਪੜ੍ਹਿਆ ਪ੍ਰੋਗਰੈਸ ਤੋਂ ਮੈਂ ਪ੍ਰੋਗਰੈਸ ਬਾਰੇ ਜ਼ਿਆਦਾ ਦੱਸ ਸਕਦਾ। ਹੁਣ ਜਿਹੜੀ ਅਗਲੀ ਚੀਜ਼ ਆ ਮੇਰੀ ਲਿਸਟ 'ਤੇ ਉਹ ਹੈਗੀ ਆ ਜੌਬਸ। ਹੁਣ ਔਨ ਕੈਂਪਸ ਤੇ ਆਫ ਕੈਂਪਸ 2 ਤਰੀਕੇ ਦੀਆਂ ਜੌਬਸ ਹੁੰਦੀਆਂ ਆ ਜਿਹਨਾਂ ਨੂੰ ਨਹੀਂ ਪਤਾ। ਔਨ ਕੈਂਪਸ ਕੀ ਹੁੰਦਾ, ਤੁਸੀਂ ਸੈਂਟੀਨਲ 'ਚ ਕੰਮ ਕਰ ਸਕਦੇ ਹੋ ਸੈਂਟੀਨਲ ਕਾਲਜ ਦੇ ਵਿੱਚ। ਇਹ ਨਹੀਂ ਕਹਿ ਰਿਹਾ ਤੁਸੀਂ ਪ੍ਰੋਫੈਸਰ ਬਣ ਜਾਓਗੇ, ਬਟ ਜਿਵੇਂ ਤੁਹਾਨੂੰ ਪਤਾ ਕਾਲਜ ਵਿੱਚ ਬਹੁਤ ਸਾਰੀਆਂ ਫੈਸਿਲਿਟੀਜ਼ ਆ, ਜਿਵੇਂ ਖਾਣ ਪੀਣ ਦੀਆਂ, ਰਹਿਣ ਦੀਆਂ, ਹੈ ਨਾ, ਅਤੇ ਉੱਥੇ ਹਰ ਤਰੀਕੇ ਦੇ ਬੰਦੇ ਚਾਹੀਦੇ ਆ। ਪ੍ਰੋਫੈਸਰ ਤੋਂ ਇਲਾਵਾ ਉਹਨਾਂ ਨੂੰ ਮੇਨਟੇਨੈਂਸ ਵਾਲੇ ਬੰਦੇ ਵੀ ਚਾਹੀਦੇ ਆ, ਉਹਨਾਂ ਨੂੰ ਰੈਸਟੋਰੈਂਟ 'ਚ ਕੰਮ ਕਰਨ ਵਾਲੇ ਬੰਦੇ ਵੀ ਚਾਹੀਦੇ ਆ, ਠੀਕ ਆ, ਉਹਨਾਂ ਨੂੰ ਹਾਊਸਿੰਗ 'ਚ ਕੰਮ ਕਰਨ ਵਾਲੇ ਵੀ ਬੰਦੇ ਚਾਹੀਦੇ ਆ। ਸੋ ਮੈਂ ਬਹੁਤ ਸਾਰੇ ਬੰਦਿਆਂ ਨੂੰ ਦੇਖਿਆ ਜਿਹਨਾਂ ਨੇ ਕਿ ਐਕਚੁਅਲੀ 'ਚ ਇੰਟਰਨਸ਼ਿਪ ਵੀ ਲਗਾਈ ਸੈਂਟੀਨਲ ਕਾਲਜ ਦੇ ਵਿੱਚ। ਸੋ ਸੈਂਟੀਨਲ ਦੇ ਵਿੱਚ ਆਈ ਗੈਸ ਪਤਾ ਨਹੀਂ ਇੱਕ ਐਕਸ ਕਰਕੇ ਕੋਈ ਸੀਗਾ ਰੈਸਟੋਰੈਂਟ, ਪਤਾ ਨਹੀਂ ਸਟੂਡੈਂਟ ਵੱਲੋਂ ਹੀ ਚਲਾਇਆ ਜਾਂਦਾ ਸੀਗਾ, ਸਟੂਡੈਂਟ ਐਸੋਸੀਏਸ਼ਨ ਵੱਲੋਂ, ਜਿੱਥੇ ਤੱਕ ਮੈਨੂੰ ਯਾਦ ਆ। ਅਤੇ ਉੱਥੇ ਬਹੁਤ ਸਾਰੇ ਆਪਣੇ ਇੰਡੀਅਨ ਸਟੂਡੈਂਟਸ ਕੰਮ ਕਰਦੇ ਹੁੰਦੇ ਸੀਗੇ। ਸੋ ਔਨ ਕੈਂਪਸ ਵੀ ਤੁਹਾਨੂੰ ਜੋਬ ਮਿਲ ਜਾਂਦੀ, ਕਈ ਵਾਰ ਸਟੂਡੈਂਟ ਐਡਵਾਈਜ਼ਰ ਦੀ ਜੋਬ ਮਿਲ ਜਾਂਦੀ ਹੈ, ਕਈ ਵਾਰ ਰਿਸੈਪਸ਼ਨ ਡੈਸਕ 'ਤੇ ਬਹਿਣ ਦੀ ਜੋਬ ਮਿਲ ਜਾਂਦੀ ਹੈ ਸੈਂਟੀਨਲ ਦੇ ਵਿੱਚ। ਅਤੇ ਉਸ ਤੋਂ ਇਲਾਵਾ ਤੁਸੀਂ ਵਾਈਸ ਪ੍ਰੈਜ਼ੀਡੈਂਟ ਲਈ ਤਾਂ ਖੜ੍ਹ ਹੀ ਸਕਦੇ ਹੋ ਕਿਸੇ ਵੀ ਕਾਲਜ ਦੇ ਵਿੱਚ। ਬਾਕੀ ਆਫ ਕੈਂਪਸ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਤੁਹਾਨੂੰ ਥੋੜ੍ਹੀ ਸ਼ਾਇਦ ਪ੍ਰੋਬਲਮ ਆਵੇ, ਕਿਉਂਕਿ ਇੱਕ ਰੈਜ਼ੀਡੈਂਸ਼ੀਅਲ ਏਰੀਆ ਸਕਾਰਬਰੋ ਜਿੱਥੇ ਕਿ ਆਪਣਾ ਕੈਂਪਸ ਆ, ਇਸ ਕਰਕੇ ਮੋਸਟਲੀ ਬੰਦਿਆਂ ਨੂੰ ਕੰਮ ਕਰਨ ਲਈ ਟੋਰੰਟੋ ਡਾਊਨਟਾਊਨ ਜਾਣਾ ਪੈਂਦਾ। ਡਾਊਨਟਾਊਨ ਦੇ ਵਿੱਚ ਬਹੁਤ ਸਾਰੀਆਂ ਜੋਬਸ ਆ, ਲੇਕਿਨ ਉੱਥੇ ਰਹਿਣਾ ਬਹੁਤ ਔਖਾ। ਲੇਕਿਨ ਜਿਹੜੇ ਬੰਦੇ ਸਕਾਰਬਰੋ ਰਹਿ ਰਹੇ, ਇਸ ਕੈਂਪਸ ਪੜ੍ਹ ਰਹੇ, ਉਹਨਾਂ ਨੂੰ ਹੋ ਸਕਦਾ ਕਿ ਡਾਊਨਟਾਊਨ ਜਾਣਾ ਪਵੇ। ਬਾਕੀ ਕਿਸਮਤ ਹੁੰਦੀ ਆ, ਕਈ ਵਾਰ ਕਾਲਜ ਦੇ ਵਿੱਚ ਹੀ ਕੰਮ ਮਿਲ ਜਾਂਦਾ, ਕਈ ਵਾਰ ਬਾਹਰ ਮਿਲ ਜਾਂਦਾ, ਕਈ ਵਾਰ ਡਾਊਨਟਾਊਨ ਜਾਣਾ ਪੈਂਦਾ। ਸੋ ਮੈਂ ਤਾਂ ਡਾਊਨਟਾਊਨ ਜਾਂਦਾ ਹੁੰਦਾ ਸੀਗਾ, ਅਤੇ ਮੋਸਟਲੀ ਬੰਦੇ ਡਾਊਨਟਾਊਨ ਹੀ ਜਾਂਦੇ ਹੁੰਦੇ ਸੀ, ਲੇਕਿਨ ਕਈਆਂ ਦੀ ਕਿਸਮਤ ਚੰਗੀ ਹੋ ਸਕਦੀ ਆ। ਸੋ ਆਲਵੇਜ਼ ਅਪਲਾਈ, ਹੋ ਸਕਦਾ ਤੁਹਾਨੂੰ ਕਿਤੇ ਲਾਗੇ ਛਾਗੇ ਵੀ ਕੰਮ ਮਿਲ ਜਾਵੇ। ਸੋ ਅਗਰ ਤੁਸੀਂ ਕਹੋਗੇ ਕਿ ਜੋਬਸ ਐਂਡ ਆਲ ਦਾ ਕੀ ਸੀਨ ਆ ਉੱਥੇ ਰਹਿ ਕੇ, ਇਟ ਮਾਈਟ ਟੇਕ ਟਾਈਮ, ਬਟ ਇੱਦਾਂ ਨਹੀਂ ਕਿ ਤੁਸੀਂ ਵਿਹਲੇ ਬੈਠੇ ਰਹਿ ਜਾਓਗੇ। ਸੋ ਯਾਰ, ਅਤੇ ਹੁਣ ਇਹਦੀ ਸਭ ਤੋਂ ਜ਼ਿਆਦਾ ਇੰਪੋਰਟੈਂਟ ਪੁਆਇੰਟ ਇਸ ਵੀਡੀਓ ਦਾ ਉਹ ਹੈਗਾ ਕਿ ਫੈਕਲਟੀ ਮੈਂਬਰਸ ਕਿੱਦਾਂ ਦੇ, ਯਾਨੀ ਕਿ ਤੁਹਾਡੇ ਪ੍ਰੋਫੈਸਰਸ, ਤੁਹਾਡੇ ਐਡਵਾਈਜ਼ਰਸ
ਕਿੰਨੇ ਕੁ ਫਰੈਂਡਲੀ ਜਾਂ ਹੈਲਪਫੁਲ ਆ। ਹੁਣ ਇਹ ਚੀਜ਼ ਉੱਥੇ ਮੈਟਰ ਕਰਦੀ ਹੈ ਜਿੱਥੇ ਬੰਦਾ ਫੇਲ ਹੋਣ ਵਾਲਾ ਹੋਵੇ, ਕਿਉਂਕਿ ਮੰਨੋ ਜਾਂ ਨਾ ਮੰਨੋ, ਮੈਨੂੰ ਜਿੱਥੇ ਤੱਕ ਯਾਦ ਆ ਸਾਡੇ ਹਰ ਸਮੈਸਟਰ ਅਰਾਊਂਡ 8 ਸਬਜੈਕਟਸ ਹੁੰਦੇ ਸੀਗੇ ਅਤੇ 4 ਸਮੈਸਟਰ ਸੀਗੇ। ਇਟ ਵਾਜ਼ 32 ਸਬਜੈਕਟ ਸੀਗੇ ਟੋਟਲ। ਹੁਣ ਬੰਦੇ ਨੇ ਕੰਮ 'ਤੇ ਵੀ ਜਾਣਾ, ਰੋਟੀ ਪਾਣੀ ਵੀ ਬਣਾਉਣਾ ਆ, ਠੀਕ ਆ ਜੀ, ਬਹੁਤ ਟੈਨਸ਼ਨ ਆਉਂਦੀ ਆ, ਬਹੁਤ ਕੁਛ ਮੈਨੇਜ ਕਰਨਾ। ਮੈਂ ਆਪ ਨੇ ਬਹੁਤ ਵਾਰ ਇੱਦਾਂ ਪੇਪਰ ਦਿੱਤੇ ਕਿ ਰਾਤ ਨੂੰ ਕੰਮ 'ਤੇ ਨਾਈਟ ਸ਼ਿਫਟ ਲਗਾ ਕੇ ਸਵੇਰੇ ਸਿੱਧੇ ਕੰਮ 'ਤੇ ਸਵੇਰੇ ਸਿੱਧੇ ਆਪਣੇ ਕਾਲਜ ਅਤੇ ਪੇਪਰ ਦੇ ਰਹੇ ਆਪਾਂ। ਸੋ ਇੱਧਰ ਬਹੁਤ ਸਾਰੇ ਇੱਧਰ ਦੇ ਸਿਨੈਰੀਓ ਬਣ ਜਾਂਦੇ, ਇੱਥੇ ਮੈਨੂੰ ਲੱਗਦਾ ਕਿ ਸ਼ਾਇਦ ਮੈਂ ਪੁਆਇੰਟਾਂ 'ਤੇ ਪਾਸ ਹੋਵਾਂ, ਸ਼ਾਇਦ ਪੁਆਇੰਟਾਂ ਤੋਂ ਵੀ ਰਹਿ ਜਾਵਾਂ। ਹੁਣ ਉੱਥੇ ਜ਼ਰੂਰਤ ਪੈਂਦੀ ਹੈ ਕਿ ਤੁਹਾਡਾ ਸਟੂਡੈਂਟ ਨੂੰ ਜਿਹੜਾ ਸਟਾਫ ਮਿਲਦਾ ਵਾ, ਜਿਵੇਂ ਪ੍ਰੋਫੈਸਰ ਜਾਂ ਐਡਵਾਈਜ਼ਰ, ਉਹ ਕਿੰਨੇ ਹੈਲਪਫੁਲ ਆ, ਕਿੰਨੇ ਕੁ ਤੁਹਾਨੂੰ ਹੈਲਪ ਕਰਦੇ ਆ। ਹੁਣ ਕਈ ਵਾਰ ਕੀ ਹੁੰਦਾ, ਬਹੁਤ ਸਾਰੇ ਟੀਚਰ ਹੁੰਦੇ ਜਿਹੜੇ ਹੈਲਪਫੁਲ ਹੁੰਦੇ ਆ, ਲੇਕਿਨ ਇੱਕ ਅੱਧਾ ਇੱਦਾਂ ਦੇ ਟੀਚਰ ਨਿਕਲ ਹੀ ਜਾਂਦਾ ਜਿਹੜਾ ਕਹਿੰਦਾ ਕਿ ਨਹੀਂ, ਜੇ ਤੁਸੀਂ ਪੁਆਇੰਟਾਂ 'ਤੇ ਪਾਸ ਹੋਣ ਵਾਲੇ ਹੋ, ਮੈਂ ਤੁਹਾਨੂੰ ਪੁਆਇੰਟ ਵੀ ਨਹੀਂ ਦੇਣੇ, ਤੁਸੀਂ ਆਪਣਾ ਜਿੱਦਾਂ ਮਰਜ਼ੀ ਕਰੋ। ਅਤੇ ਮੇਰਾ ਜਿਹੜਾ ਐਕਸਪੀਰੀਅੰਸ ਰਿਹਾ ਸੀਗਾ, ਆਈ ਗੈਸ ਮੇਰਾ ਇੱਧਰ ਦਾ ਸੀਨ ਸੀਗਾ ਕਿ ਮੇਰੇ ਇੰਗਲਿਸ਼ ਦੇ ਵਿੱਚ ਨੰਬਰ ਨਹੀਂ ਬਣ ਰਹੇ ਸੀਗੇ ਇੱਕ ਟਰਮ ਦੇ ਵਿੱਚ, ਅਤੇ ਉੱਥੇ ਮੈਨੂੰ ਦੁਬਾਰਾ ਤੋਂ ਟੀਚਰ ਨੇ ਮੌਕਾ ਦੇ ਦਿੱਤਾ ਸੀਗਾ ਆਪਣੇ ਅਸਾਈਨਮੈਂਟ ਸਬਮਿਟ ਕਰਨ ਦਾ ਐਟ ਦ ਐਂਡ ਮੂਵਮੈਂਟ, ਤੁਸੀਂ ਦੁਬਾਰਾ ਤੋਂ ਕਰ ਦਿਓ, ਮੈਂ ਦੁਬਾਰਾ ਤੋਂ ਗ੍ਰੇਡ ਕਰ ਦੂੰਗੀ। ਸੋ ਇੱਦਾਂ ਦੇ ਟਾਈਮ 'ਤੇ ਤੁਹਾਨੂੰ ਅਗਰ ਇੱਦਾਂ ਦਾ ਕੋਈ ਚੋਇਸ ਮਿਲ ਜਾਏ ਕਿ ਤੁਸੀਂ ਰੀਸਬਮਿਟ ਕਰ ਸਕੋ ਆਪਣੀ ਅਸਾਈਨਮੈਂਟ, ਅਗਰ ਕਿਸੇ 'ਚੋਂ ਘੱਟ ਨੰਬਰ ਲੱਗੇ ਹੋਣ ਜਿਹਦੇ ਕਰਕੇ ਤੁਸੀਂ ਫੇਲ ਹੋ ਰਹੇ ਹੋ, ਦੈਨ ਇਟ ਵਿਲ ਬੀ ਹੈਲਪਫੁਲ ਫੋਰ ਸ਼ੋਰ। ਬਾਕੀ ਆ ਰਿਮੈਂਬਰ ਮੈਨੂੰ ਇੱਕ ਇੱਦਾਂ ਦਾ ਸਾਨੂੰ ਸਬਜੈਕਟ ਸੀਗਾ, ਇੱਕ ਇੱਦਾਂ ਦਾ ਟੀਚਰ ਸਾਨੂੰ ਲੱਗਾ ਸੀ ਉਸ ਸਬਜੈਕਟ ਦੇ ਲਈ, ਕਾਫੀ ਇੰਪੋਰਟੈਂਟ ਸਬਜੈਕਟ ਦੇ ਲਈ, ਕਿ ਉਹਨੇ ਮਤਲਬ ਸਾਫ਼ ਮੂੰਹ 'ਤੇ ਕਹਿ ਤਾ ਸੀ, ਕਹਿੰਦਾ ਫੇਲ ਤਾਂ ਕਾਕਾ ਤੁਹਾਡੇ ਤੋਂ ਬਹੁਤ ਸਾਰੇ ਹੋਣ ਵਾਲੇ ਆ। ਅਤੇ ਸਾਨੂੰ ਉੱਥੇ ਪੂਰੀ ਕਲਾਸ ਨੂੰ ਐਕਚੁਅਲੀ ਦੇਖ ਰਿਹਾ ਸੀਗਾ ਆਪਾਂ ਫੇਲ ਹੋ ਰਿਹਾ, ਆਪਾਂ ਸਾਰਿਆਂ ਨੇ ਪਟੀਸ਼ਨ ਸਾਈਨ ਕੀਤਾ ਸੀਗਾ ਕਿ ਉਹ ਟੀਚਰ ਦੀ ਗੱਲ ਡੀਨ ਤੱਕ ਪਹੁੰਚਾਈ ਜਾਵੇ ਅਤੇ ਉਹ ਟੀਚਰ ਨੂੰ ਬਾਹਰ ਕੱਢਿਆ ਜਾਵੇ। ਸਾਨੂੰ ਇੱਦਾਂ ਲੱਗੇ ਕਿ ਉਹ ਰੇਸਿਸਟ ਬਣ ਰਿਹਾ ਜਾਂ ਡਿਸਕ੍ਰਿਮੀਨੇਸ਼ਨ ਕਰ ਰਿਹਾ, ਕਿਉਂਕਿ ਉਹਨੇ ਸਾਫ਼ ਕਹਿ ਤਾ, ਕਹਿੰਦਾ ਕਿ ਮੈਨੂੰ ਨਹੀਂ ਫਰਕ ਪੈਂਦਾ ਤੁਸੀਂ ਜੋਬਾਂ 'ਤੇ ਜਾਂਦੇ ਹੋ, ਤੁਸੀਂ ਕੀ ਕਰਦੇ ਹੋ, ਕਿੰਨੀ ਪੈਸੇ ਲਾਏ ਕਿੰਨਾ ਨਹੀਂ, ਕਹਿੰਦਾ ਮੈਂ ਤਾਂ ਫੇਲ ਕਰ ਦੇਣੇ, ਮੈਨੂੰ ਨਹੀਂ ਪਰਵਾਹ। ਅਤੇ ਉਹ ਸਬਜੈਕਟ ਕਾਫੀ ਇੰਪੋਰਟੈਂਟ ਅਤੇ ਟਫ ਸੀਗਾ, ਅਤੇ ਉਹਦੇ ਵਿੱਚ ਇੱਦਾਂ ਸੀਗਾ ਕਿ ਅਗਲੇ ਨੇ ਸਾਫ਼ ਕਹਿਤਾ ਕਿ ਮੈਂ ਨਹੀਂ ਪਾਸ ਕਰਦਾ। ਸੋ ਉੱਦਾਂ ਤੱਕ ਤੁਹਾਨੂੰ ਟੀਚਰ ਟੱਕਰ ਜਾਵੇ ਅਤੇ ਮਾੜੀ ਕਿਸਮਤ ਆ। ਇੱਕ ਚੀਜ਼ ਤੁਸੀਂ ਕਰ ਸਕਦੇ ਹੋ ਕਿ ਮੈਂ ਇੱਕ ਵੀਡੀਓ ਬਣਾਈ ਸੀ ਬਹੁਤ ਪਹਿਲਾਂ, ਕਿ ਤੁਸੀਂ ਪ੍ਰੋਫੈਸਰ ਦੀ ਰੇਟਿੰਗ ਕਿੱਦਾਂ ਚੈੱਕ ਕਰੋ ਪ੍ਰੋਫੈਸਰ ਆਪਣੇ ਸਬਜੈਕਟ ਲਈ ਸਿਲੈਕਟ ਕਰਨ ਤੋਂ ਪਹਿਲਾਂ। ਸੋ ਇੱਥੇ ਕੀ ਹੁੰਦਾ, ਤੁਸੀਂ ਪ੍ਰੋਫੈਸਰ ਸਿਲੈਕਟ ਕਰਦੇ ਹੋ ਕਿ ਮੈਂ ਕਿਹੜੇ ਪ੍ਰੋਫੈਸਰ ਤੋਂ ਕਿਹੜਾ ਸਬਜੈਕਟ ਪੜ੍ਹਨਾ। ਸੋ ਚੈੱਕ ਕਰ ਲਓ, ਉਹਦੀ ਰੇਟਿੰਗ ਦੇਖ ਲਓ ਕਿ ਉਹ ਕਿੰਨਾ ਹੈਲਪਫੁਲ ਹੈ, ਕਿੰਨਾ ਕੁ ਨਹੀਂ, ਕਿੰਨਾ ਕੁ ਵਧੀਆ ਪੜ੍ਹਾਉਂਦਾ, ਕਿੰਨਾ ਕੁ ਨਹੀਂ। ਬੇਸਿਕਲੀ ਪੜ੍ਹਾਉਣ ਨਾਲੋਂ ਜ਼ਿਆਦਾ ਇੰਪੋਰਟੈਂਟ ਤਾਂ ਹੈਲਪਫੁਲ ਹੀ ਚਾਹੀਦਾ ਹੁੰਦਾ ਇੱਥੇ, ਕਿਉਂਕਿ ਪਾਸ ਹੋਣਾ ਬਹੁਤ ਜ਼ਰੂਰੀ ਹੈ। ਸਪਲੀ ਅਰਾਊਂਡ 1500 ਤੋਂ 2000 ਡਾਲਰ ਦੀ ਪੈਂਦੀ ਹੈ ਇੱਥੇ ਇੱਕ ਸਬਜੈਕਟ ਦੀ, ਅਤੇ ਇਟਸ ਗੋਨਾ ਬੀ ਬਿਗ ਪੇਨ। ਸੋ ਮੈਂ ਉਮੀਦ ਕਰਦਾ ਕਿ ਤੁਸੀਂ ਉਹਲੀ ਵੈਬਸਾਈਟ ਜ਼ਰੂਰ ਚੈੱਕ ਕਰੋ ਬਿਫੋਰ ਯੂ ਸਿਲੈਕਟ ਯੂਰ ਪ੍ਰੋਫੈਸਰਸ, ਕਿਉਂਕਿ ਪ੍ਰੋਫੈਸਰ ਚੰਗੇ ਹੋਣੇ ਚਾਹੀਦੇ ਆ। ਐਟਲੀਸਟ ਸਾਨੂੰ ਇੱਦਾਂ ਦਾ ਮੌਕਾ ਹੋਣਾ ਚਾਹੀਦਾ ਕਿ ਜੇ ਤੁਹਾਡੇ ਕਿਤੇ ਨੰਬਰ ਘੱਟ ਵੱਧ ਰਹੇ ਆ, ਤੁਹਾਨੂੰ ਦੁਬਾਰਾ ਤੋਂ ਪੇਪਰ ਦੇਣ ਦਾ, ਰੀਅਪੇਅਰ ਹੋਣ ਦਾ, ਜਾਂ ਫਿਰ ਅਸਾਈਨਮੈਂਟ ਵਗੈਰਾ ਰੀਸਬਮਿਟ ਕਰਨ ਦਾ ਮੌਕਾ ਮਿਲ ਜਾਏ। ਹੁਣ ਜਿੱਥੇ ਮੈਂ ਸਪਲੀ ਦੀ ਗੱਲ ਸ਼ੁਰੂ ਕੀਤੀ ਸੀ, ਉੱਥੋਂ ਮੈਂ ਫੀਸ ਦੀ ਵੀ ਗੱਲ ਕਰ ਲੈਣਾ। ਹੁਣ ਸੈਂਟੀਨੀਅਲ ਕਾਲਜ ਫੀਸ ਦੇ ਮੁਕਾਬਲੇ ਤਾਂ ਇੱਦਾਂ ਕੋਈ ਸਸਤਾ ਵਗੈਰਾ ਤਾਂ ਨਹੀਂ ਆ। ਇਹਦੀ ਫੀਸ ਜਦੋਂ ਮੈਂ ਪੜ੍ਹਦਾ ਸੀਗਾ ਅਰਾਊਂਡ $8,000 ਪਰ ਸੈਮ ਸੀਗੀ, ਮਤਲਬ ਇੱਦਾਂ ਸੀਗਾ ਕਿਸੇ ਦੇ ਵਿੱਚ 7800 ਆ ਗਈ, ਕਿਸੇ ਦੇ ਵਿੱਚ 8200 ਆ ਗਈ, ਮਤਲਬ ਇੱਦਾਂ ਕਰਕੇ ਨਾ ਅਰਾਊਂਡ 8000 ਔਨ ਐਵਰੇਜ ਬਣ ਜਾਂਦੀ ਸੀ ਪਰ ਸਮੈਸਟਰ ਦੀ ਫੀਸ। ਸੋ ਫੀਸ ਕਿਸੇ ਵੀ ਸਬਜੈਕਟ ਦੀ ਲੈ ਲਓ, ਆਏਗਾ ਸਾਡੀ 8000 ਜਾਂ 7500 ਤੋਂ ਘੱਟ ਤਾਂ ਨਹੀਂ ਹੋਣਾ ਸੀ। ਸੋ ਫੀਸ ਤਾਂ ਇੰਨੀ ਕਿ ਤੁਹਾਡੀ ਰਹਿਣ ਵਾਲੀ ਆ। ਬਾਕੀ ਸਪਲੀਆਂ ਮੈਂ ਤੁਹਾਨੂੰ ਦੱਸ ਦਿੱਤੀਆਂ, ਕ੍ਰੈਡਿਟ 'ਤੇ ਡਿਪੈਂਡ ਕਰਦੀ ਹੈ ਬੇਸਿਕਲੀ। ਜਿੱਥੇ ਤੱਕ ਮੈਨੂੰ ਯਾਦ ਆ, ਸੈਂਟੀਨੀਅਲ ਦੇ ਵਿੱਚ ਇੱਕ ਕ੍ਰੈਡਿਟ ਯਾਨੀ ਕਿ $500, ਅਤੇ ਆਪਣੇ ਉੱਥੇ ਕੀ ਹੁੰਦਾ, ਇੱਥੇ ਕੈਨੇਡਾ ਵਿੱਚ ਹੁੰਦਾ ਕਿ ਸਬਜੈਕਟਸ ਦੇ ਕ੍ਰੈਡਿਟ ਹੁੰਦੇ ਆ, ਜਿੱਦਾਂ 3 ਕ੍ਰੈਡਿਟ ਦਾ ਕੋਈ ਸਬਜੈਕਟ ਆ, ਕੋਈ 2 ਕ੍ਰੈਡਿਟ ਦਾ, ਕੋਈ 1 ਕ੍ਰੈਡਿਟ ਦਾ। ਉਹਦੀ ਕਿੰਨੀ ਕੁ ਇੰਪੋਰਟੈਂਸ ਆ ਤੁਹਾਡੇ ਕੋਰਸ ਦੇ ਵਿੱਚ, ਉਹ 'ਤੇ ਡਿਪੈਂਡ ਕਰਦਾ ਕਿ ਉਹ ਕਿੰਨੇ ਕ੍ਰੈਡਿਟ ਦਾ ਹੋਣ ਵਾਲਾ। ਮਤਲਬ ਤੁਸੀਂ ਇੱਕ ਇੰਪੋਰਟੈਂਟ ਸਬਜੈਕਟ 'ਚ ਫੇਲ ਹੁੰਦੇ ਹੋ, ਅਗਰ ਉਹ 3 ਜਾਂ 4 ਕ੍ਰੈਡਿਟ ਦਾ ਨਿਕਲਦਾ, ਯਾਨੀ ਤੁਹਾਨੂੰ ਪਰ ਕ੍ਰੈਡਿਟ ਦੇ ਹਿਸਾਬ ਨਾਲ $500 ਰੱਖ ਕੇ 4 ਕ੍ਰੈਡਿਟ ਸਕੋਰ ਦੀ 4 ਕ੍ਰੈਡਿਟ ਵਾਲੇ ਕੋਰਸ ਦੀ ਤੁਹਾਨੂੰ $2000 ਸਪਲੀ ਪਏਗੀ। ਸੋ ਇੱਦਾਂ ਕਰਕੇ ਇੱਥੇ ਸਿਸਟਮ ਹੁੰਦਾ। ਸੋ ਸੈਂਟੀਨੀਅਲ ਸਸਤਾ ਤਾਂ ਨਹੀਂ ਆ, ਠੀਕ ਆ। ਉਹੀ ਬੰਦਾ ਲਵੇ ਜਿਹੜਾ ਬੰਦਾ ਨੂੰ ਲੱਗਦਾ ਵਾ ਕਿ ਅਗਰ ਫੀਸਾਂ ਨਹੀਂ ਵੀ ਪੂਰੀਆਂ ਹੋ ਸਕੀਆਂ ਤਾਂ ਘਰ ਦੇ ਸਪੋਰਟ ਕਰ ਦਿਓਗੇ। ਸੋ ਯਾਰ ਬਾਕੀ ਸੈਂਟੀਨੀਅਲ ਲੱਗਦਾ ਵੀ 4 ਤੋਂ 5 ਦਿਨ ਆ। ਹਾਲਾਂਕਿ ਮੇਰਾ ਪਹਿਲੇ ਸੈਮ ਲੱਗਿਆ 5 ਦਿਨ, ਉਸ ਤੋਂ ਬਾਅਦ 3 ਦਿਨ ਇੱਦਾਂ ਹੀ ਲੱਗਿਆ ਹਰ ਸੈਮ ਦੇ ਵਿੱਚ। ਸੋ ਇਹ ਕਿਸਮਤ ਆ, ਠੀਕ ਆ। ਇਹ ਕੋਈ ਇੱਦਾਂ ਨਹੀਂ ਆ ਪੱਕਾ ਕਿ ਤੁਹਾਡਾ ਇੰਨੇ ਦਿਨ ਲੱਗੋ। ਕਈ ਲੋਕ 6 ਦਿਨ ਵੀ ਆਉਂਦੇ ਸੀਗੇ ਹਫ਼ਤੇ 'ਚ, ਅਤੇ ਮੇਰੇ ਵਰਗਾ 2 ਤੋਂ 3 ਦਿਨ ਵੀ ਜਾਂਦਾ ਹੁੰਦਾ ਸੀਗਾ। ਇਹ ਕਿਸਮਤ ਆਪਣੀ। ਸੋ ਐਟ ਦ ਐਂਡ ਆਪਾਂ ਗੱਲ ਕਰ ਲੈਂਦੇ ਹਾਂ ਫੈਸਿਲਿਟੀਜ਼ ਦੀ, ਕਿ ਤੁਹਾਨੂੰ ਸੈਂਟੀਨੀਅਲ ਫੈਸਿਲਿਟੀਜ਼ ਕੀ ਦਿੰਦਾ। ਫੈਸਿਲਿਟੀਜ਼ ਦੇ ਮਾਮਲੇ ਸੈਂਟੀਨੀਅਲ ਕਾਫੀ ਕੁਝ ਆਫਰ ਕਰਦਾ, ਜਿਹੜੇ ਕਿ ਆਪਣੇ ਨੂੰ ਕਾਲਜ ਲਾਈਫ 'ਚ ਰਹਿੰਦੇ ਹੋ ਪਤਾ ਵੀ ਨਹੀਂ ਹੁੰਦਾ ਸੀਗਾ। ਐਂਡ ਤੁਹਾਨੂੰ ਸ਼ਾਇਦ ਲੱਗ ਰਿਹਾ ਹੋਵੇ ਕਿ ਮੈਂ ਠੰਡ ਨਾਲ ਕੰਬ ਰਿਹਾ, ਕਿਉਂਕਿ ਬਾਹਰ ਹਵਾ ਕਾਫੀ ਠੰਡੀ ਚੱਲ ਰਹੀ ਹੈ, ਅਤੇ ਉਹਨੂੰ ਜਰਾ ਇਗਨੋਰ ਕਰੋ। ਬਾਕੀ ਆਪਾਂ ਗੱਲ ਇਹ ਕਰ ਰਹੇ ਫੈਸਿਲਿਟੀਜ਼ ਦੀ। ਹੁਣ ਤੁਹਾਨੂੰ ਖਾਣ ਪੀਣ ਦਾ ਤਾਂ ਕਾਲਜ ਦੇ ਵਿੱਚ ਹੀ ਮਿਲ ਗਿਆ, ਸਟਾਰਬਕਸ, ਪੀਜ਼ਾ ਟਿਮ ਹਾਰਟਨਸ ਵਗੈਰਾ, ਹੈ ਨਾ। ਇਹ ਤਾਂ ਹੋ ਗਈ ਖਾਣ ਪੀਣ ਦੀ ਗੱਲਾਂ। ਹੁਣ ਉੱਥੇ ਉਹ ਤੋਂ ਇਲਾਵਾ ਤੁਹਾਨੂੰ ਸਪੋਰਟਸ ਚੀਜ਼ਾਂ ਬਹੁਤ ਮਿਲ ਜਾਂਦੀਆਂ, ਜਿਵੇਂ ਕਿ ਤੁਸੀਂ ਉੱਥੇ ਬੇਸਬਾਲ ਖੇਡ ਸਕਦੇ ਹੋ, ਤੁਸੀਂ ਸੈਂਟੀਨੀਅਲ ਜੋ ਬਾਸਕਿਟਬਾਲ ਖੇਡ ਸਕਦੇ ਹੋ, ਠੀਕ ਹੈ। ਤੁਸੀਂ ਬੈਡਮਿੰਟਨ ਵਗੈਰਾ, ਮਤਲਬ ਤੁਸੀਂ ਉੱਥੇ ਪ੍ਰੋਪਰ ਟੀਮ ਆ ਗੋਰਿਆਂ ਦੀ ਜਾਂ ਆਪਣੇ ਇੰਡੀਅਨਸ ਦੀ, ਤੁਸੀਂ ਪ੍ਰੋਪਰ ਟੀਮ ਦੇ ਵਿੱਚ ਪਾਰਟੀਸਪੇਟ ਕਰਕੇ ਜਿਹੜੇ ਸਪੋਰਟਸ ਦੇ ਸ਼ੌਕੀਨ ਆ ਉੱਥੇ ਮੈਚ ਖੇਡ ਸਕਦੇ ਆ ਪ੍ਰੋਪਰ ਕਾਲਜ ਦੇ ਜਿਹੜੇ ਲੱਗਦੇ ਹੁੰਦੇ ਆ। ਸੋ ਸਪੋਰਟਸ ਦੇ ਮਾਮਲੇ ਤਾਂ ਮੈਂ ਜ਼ਿਆਦਾ ਐਕਸਪਲੋਰ ਨਹੀਂ ਕਰਿਆ। ਬਾਕੀ ਜਿਮ ਵਗੈਰਾ ਤਾਂ ਹਰ ਇੱਕ ਕਾਲਜ ਦੇ ਵਿੱਚ ਹੁੰਦੀ ਆ, ਅਤੇ ਮੈਂ ਜ਼ਿਆਦਾ ਐਕਸਪਲੋਰ ਨਹੀਂ ਕਰਿਆ ਸੀਗਾ, ਕਿਉਂਕਿ ਮੈਂ ਤੁਹਾਨੂੰ ਪਤਾ ਬੰਦਾ ਯੂਜ਼ਲੀ ਕੰਮ 'ਤੇ ਰਹਿੰਦਾ। ਸੋ ਬਾਕੀ ਤੁਹਾਨੂੰ ਫੈਸਿਲਿਟੀ ਜ਼ਰੂਰ ਮਿਲਦੀਆਂ ਹੈ ਸਪੋਰਟਸ ਵਗੈਰਾ ਦੀਆਂ, ਤੁਹਾਡੇ ਤੋਂ ਤੁਸੀਂ ਕਿੰਨੀਆਂ ਕੁ ਉੱਥੇ ਯੂਜ਼ ਕਰਨਾ ਚਾਹੁੰਦੇ ਹੋ ਅਤੇ ਕਿੰਨੀਆਂ ਕੁ ਨਹੀਂ। ਬਾਕੀ ਪੈਸੇ ਹਰ ਸੈਮ ਕੱਟਦੇ ਆ ਇਸ ਸਾਰੀ ਚੀਜ਼ਾਂ ਦੇ ਫੀਸ ਦੇ ਵਿੱਚ ਹੀ। ਸੋ ਅਗਰ ਤੁਸੀਂ ਯੂਜ਼ ਕਰੋ ਅਤੇ ਤੁਹਾਨੂੰ ਫ੍ਰੀ ਪਏਗਾ, ਤੁਹਾਨੂੰ ਉਹਦੇ ਲੱਗ ਕੋਈ ਪੈਸੇ ਨਹੀਂ ਲੱਗਣ ਲੱਗੇ।
ਤੇ ਖਾਣ ਪੀਣ ਦੀ ਗੱਲ ਹੋ ਗਈ, ਆਪਣੀ ਹੋ ਗਈ, ਨਾਲ ਸਪੋਰਟਸ ਦੀ ਗੱਲ। ਤੇ ਉਸ ਤੋਂ ਇਲਾਵਾ ਇਹਦੇ ਤੁਹਾਨੂੰ ਸਟੂਡੈਂਟ ਵਾਲੀ ਕਿਹੜੀ ਫੈਸਿਲਿਟੀ ਮਿਲਦੀ ਹੈ। ਹੁਣ ਉੱਥੇ ਤੁਸੀਂ ਕੰਪਿਊਟਰ ਕਾਲਜ ਦੇ ਕੰਪਿਊਟਰਸ ਯੂਜ਼ ਕਰ ਸਕਦੇ ਹੋ ਅਸਾਈਨਮੈਂਟਾਂ ਕਰਨ ਲਈ, ਅਗਰ ਤੁਹਾਡੇ ਕੋਲ ਲੈਪਟਾਪ ਨਹੀਂ ਹੈ। ਬਾਕੀ ਤੁਸੀਂ ਉੱਥੇ ਅਲੱਗ ਤੋਂ ਲੈਪਟਾਪ ਵੀ ਲੈ ਸਕਦੇ ਹੋ। ਤੁਹਾਨੂੰ ਸੈਂਟੀਨਲ ਇੱਦਾਂ ਦੀ ਸਰਵਿਸਿਜ਼ ਦਿੰਦਾ ਕਿ ਤੁਸੀਂ ਉੱਥੇ ਲੈਪਟਾਪ ਰੈਂਟਲ ਲੈ ਸਕਦੇ ਹੋ ਫ੍ਰੀ ਦੇ ਵਿੱਚ। ਤੁਸੀਂ ਆਪਣੀ ਸਟੂਡੈਂਟ ਆਈਡੀ ਦਿਨੋਂ ਤੁਹਾਨੂੰ ਲੈਪਟਾਪ ਮਿਲ ਜਾਂਦਾ, ਤੁਸੀਂ ਜਦੋਂ ਤੱਕ ਯੂਜ਼ ਕਰਨੀ ਅਸਾਈਨਮੈਂਟ ਕਰਨੀ ਕਰੋ, ਉਸ ਤੋਂ ਬਾਅਦ ਲੈ ਕੇ ਵਾਪਸ ਕਰ ਦਿਓ। ਬਾਕੀ ਫੋਟੋ ਸਟੇਟ ਪ੍ਰਿੰਟਿੰਗ ਜਾਂ ਇੱਦਾਂ ਦੇ ਡਾਕੂਮੈਂਟ ਵਗੈਰਾ ਕਢਾਉਣ ਦੀ ਸਰਵਿਸਿਜ਼ ਤਾਂ ਤੁਹਾਨੂੰ ਹਰ ਇੱਕ ਕਾਲਜ ਦੇ ਵਿੱਚ ਮਿਲੀ ਜਾਂਦੀ, ਉਹ ਤਾਂ ਕਾਫੀ ਬੇਸਿਕ ਹੈ, ਉਹ ਤਾਂ ਆਈਗੈਸ ਇੰਡੀਆ ਦੇ ਵਿੱਚ ਵੀ ਮਿਲੀ ਜਾਂਦੀ ਹੈ। ਅਤੇ ਇੱਕ ਇੰਟਰਸਟਿੰਗ ਚੀਜ਼ ਇਹ ਹੈਗੀ ਕਿ ਤੁਹਾਨੂੰ ਸੈਂਟੀਨਲ ਦੇ ਵਿੱਚ ਸੋਸ਼ਲ ਕਲੱਬਸ ਵੀ ਮਿਲਦੇ ਆ। ਸੋ ਬੇਸਿਕਲੀ ਅਗਰ ਤੁਹਾਨੂੰ ਲੱਗਦਾ ਕਿ ਤੁਸੀਂ ਭੰਗੜਾ ਕਲੱਬ ਜਾਣਾ ਚਾਹੁੰਦੇ ਹੋ, ਤੁਸੀਂ ਉਹਦੇ ਜਾ ਸਕਦੇ ਹੋ। ਅਗਰ ਤੁਹਾਨੂੰ ਲੱਗਦਾ ਤੁਸੀਂ ਕੋਈ ਫਰੈਂਚ ਸਪੀਕਿੰਗ ਜਾਂ ਸਪੈਨਿਸ਼ ਸਪੀਕਿੰਗ ਜਾਂ ਕੋਈ ਵੀ ਲੈਂਗੁਏਜ ਸਿੱਖਣ ਵਾਲੇ ਕਲੱਬ 'ਚ ਜਾਣਾ, ਕੈਲੀਗ੍ਰਾਫੀ ਜਾਂ ਕਿਸੇ ਵੀ ਤਰੀਕੇ ਦੇ ਕਲੱਬ 'ਚ ਜਾਣਾ, ਤੁਸੀਂ ਉਸ 'ਚ ਪਾਰਟੀਸਪੇਟ ਕਰ ਸਕਦੇ ਹੋ। ਅਤੇ ਤੁਹਾਨੂੰ ਸੋਸ਼ਲ ਕਲੱਬਸ ਵੀ ਕਾਫੀ ਮਿਲ ਜਾਂਦੇ ਆ, ਸਪੋਰਟਸ ਕਲੱਬ ਤਾਂ ਮਿਲ ਹੀ ਜਾਂਦੇ ਆ। ਐਂਡ ਉਸ ਤੋਂ ਇਲਾਵਾ ਕਾਫੀ ਸਾਰੇ ਸਟੂਡੈਂਟ ਸਰਵਿਸਿਜ਼ ਮਿਲ ਜਾਂਦੀਆਂ ਆ। ਅਤੇ ਸੈਂਟੀਨਲ ਤੁਹਾਨੂੰ ਕਾਫੀ ਵਧੀਆ ਚੀਜ਼ ਆਫਰ ਕਰਦਾ। ਬਸ ਇੱਕ ਚੀਜ਼ ਜਿਹੜੀ ਤੁਹਾਨੂੰ ਸ਼ਾਇਦ ਚੁੱਭੇ ਹੋ ਹੈਗੀ ਕਿ ਸੈਂਟੀਨਲ 4 ਤੋਂ 5 ਦਿਨ ਕਾਲਜ ਬੁਲਾਉਂਦਾ ਤੁਹਾਨੂੰ, ਅਤੇ ਉਹਦੇ ਕਰਕੇ ਸ਼ਾਇਦ ਬਹੁਤ ਸਾਰੇ ਬੰਦਿਆਂ ਨੂੰ ਕੰਮ 'ਤੇ ਜਾਣ ਦਾ ਮੌਕਾ ਨਾ ਮਿਲੇ ਅਤੇ ਫੀਸਾਂ ਦੀ ਥੋੜ੍ਹੀ ਪ੍ਰੋਬਲਮ ਆਵੇ। ਬਾਕੀ ਸੈਂਟੀਨਲ ਸਿੱਧਾ ਹੁੰਦਾ ਕਿ ਜੇ ਆਪਣਾ ਅਗਲੇ ਸੈਮ ਜਿੱਦਾਂ ਮੰਨ ਲਓ ਜਨਵਰੀ ਇਨਟੇਕ ਆ, ਹੈ ਨਾ, ਜਨਵਰੀ ਸ਼ੁਰੂ ਹੋ ਰਿਹਾ, ਉਹਨਾਂ ਨੇ ਦਸੰਬਰ ਮਿਡ ਜਾਂ ਦਸੰਬਰ ਸਟਾਰਟਿੰਗ ਤੱਕ ਦੀ ਡੈਡਲਾਈਨ ਦੇਣੀ ਹੈ ਕਿ ਉਦੋਂ ਤੱਕ ਫੀਸ ਭਰ ਦਿਓ, ਤਾਂ ਹੀ ਤੁਹਾਡਾ ਕਾਲਜ ਅਗਲਾ ਸੈਮ ਲੱਗੂਗਾ, ਨਹੀਂ ਤਾਂ ਤੁਹਾਡਾ ਸੈਮ ਸਕਿਪ ਹੋ ਜਾਊਗਾ, ਉਹ ਅਨਆਫੀਸ਼ੀਅਲ ਬ੍ਰੇਕ ਆ ਜਾਊਗਾ ਅਤੇ ਉੱਥੇ ਵਰਕ ਪਰਮਿਟ ਰਿਸਕ 'ਚ ਹੋ ਜਾਊਗਾ। ਸੋ ਫੀਸ ਦੇ ਮੁਕਾਬਲੇ ਤੁਹਾਨੂੰ ਕੋਈ ਵੀ ਜ਼ਿਆਦਾ ਸਹੂਲਤ ਨਹੀਂ ਦਿੰਦਾ ਉਹ, ਜਿਵੇਂ ਬਾਕੀ ਆਪਣੇ ਹੰਬਰ ਵਗੈਰਾ ਸੈਨਿਕਾ ਵਗੈਰਾ ਦਿੰਦੇ ਆ ਕਿ ਤੁਸੀਂ ਸੈਮ ਵੀ ਚਲਾਈ ਚਲੋ, ਨਾਲ ਫੀਸ ਵੀ ਭਰੀ ਚਲੋ ਜਦ ਤੱਕ ਸੈਮ ਮੁੱਕ ਨਹੀਂ ਜਾਂਦਾ। ਜਦ ਤੱਕ ਜਨਵਰੀ ਇਨਟੇਕ ਆਓ, ਅਰਾਊਂਡ ਜਨਵਰੀ, ਫੈਬ, ਮਾਰਚ, ਅਪ੍ਰੈਲ 'ਚ ਮੁੱਕਣਾ, ਉਹਨਾਂ ਨੇ ਕਹਿਣਾ ਤੁਸੀਂ ਅਪ੍ਰੈਲ ਤੱਕ ਫੀਸ ਭਰੀ ਚਲੋ, ਨਾਲ ਪੜ੍ਹੀ ਚਲੋ, ਕੋਈ ਚੱਕਰ ਨਹੀਂ। ਲੇਕਿਨ ਸੈਂਟੀਨਲ ਨੇ ਕਹਿਣਾ ਜਨਵਰੀ ਇਨਟੇਕ ਸ਼ੁਰੂ ਹੋਣ ਤੋਂ ਪਹਿਲਾਂ ਉਹਦੀ ਪੂਰੀ ਫੀਸ ਜਮ੍ਹਾਂ ਹੋ ਜਾਣੀ ਚਾਹੀਦੀ ਆ। ਸੋ ਜਦੋਂ ਮੈਂ ਪੜ੍ਹਦਾ ਸੀ ਉਦੋਂ ਤਾਂ ਇਹੀ ਹੁੰਦਾ ਸੀ, ਆਗਸ ਹੁਣ ਵੀ ਇਹੀ ਆ। ਸੋ ਯਾਰ ਇਹੀ ਮੇਰਾ ਸੀਗਾ ਇੱਕ ਓਵਰਵਿਊ ਸੈਂਟੀਨਲ ਕਾਲਜ ਦਾ। ਸੈਂਟੀਨਲ ਹੈਗਾ ਵਧੀਆ, ਬਸ ਤੁਹਾਨੂੰ ਪੜ੍ਹਾਈ ਸ਼ਾਇਦ ਥੋੜ੍ਹੀ ਜਿਹੀ ਔਖੀ ਲੱਗੇ ਜਾਂ ਫਿਰ ਤੁਹਾਨੂੰ ਫੀਸ ਵੱਲੋਂ ਥੋੜ੍ਹਾ ਜਿਹਾ ਔਖਾ ਹੋ ਜਾਏ। ਬਾਕੀ ਕਾਲਜ ਵਧੀਆ, ਉਹਦੇ ਵਿੱਚ ਨੋ ਡਾਊਟ। ਅਤੇ ਮੈਂ ਕਰ ਦਿੰਦਾ ਵੀਡੀਓ ਇੱਥੇ ਐਂਡ, ਕਿਉਂਕਿ ਮੈਂ ਹੁਣ ਠੰਡਾ ਕਾਫੀ ਕੰਮ ਰਿਹਾ ਅਤੇ ਕੈਮਰੇ ਦੀ ਬੈਟਰੀ ਵੀ ਖਤਮ ਹੋ ਰਹੀ ਹੈ। ਸੋ ਮਿਲਦੇ ਆਪਾਂ ਅਗਲੀ ਕਿਸੇ ਵੀਡੀਓ, ਤਦ ਤੱਕ ਲਈ ਚੰਗਾ।